ਹਾਂਜੀ ਕੀ ਹਾਲ ਚਾਲ ਹੈ ਸਾਰਿਆਂ ਦਾ ਠੀਕ ਠਾਕ ਹੋ। ਚਲੋ ਜੀ ਅੱਜ ਦਾ ਟੌਪਿਕ ਸ਼ੁਰੂ ਕਰਦੇ ਹਾਂ। ਲਾਸਟ ਲੈਕਚਰ ਦੇ ਵਿੱਚ ਆਪਾਂ ਇਮਲਸ਼ਨ ਤੇ ਜੈਲ ਬਾਰੇ ਥੋੜ੍ਹੀ ਜਿਹੀ ਚਾਨਣਾ ਪਾਈ ਸੀ ਤੁਹਾਨੂੰ ਲਾਸਟ ਦੇ ਉੱਤੇ। ਜਿੰਨਾ ਕੁ ਤੁਹਾਡੇ ਸਿਲੇਬਸ ਸੀਗਾ ਉਹਨੂੰ ਆਪਾਂ ਡਿਟੇਲ ਆਪਾਂ ਜਸਟੀਫਾਈ ਕਰ ਦਿੱਤਾ ਸੀ। ਅਤੇ ਨੈਕਸਟ ਜਿਹੜਾ ਅੱਜ ਦਾ ਜਿਹੜਾ ਲੈਕਚਰ ਹੈਗਾ ਹੈ ਐਪਲੀਕੇਸ਼ਨ ਆਫ ਕੋਲਾਈਡਸ। ਸਾਰੀ ਥਿਊਰੀ ਹੈ, ਪਹਿਲਾਂ ਸਮਝਾਉਂਦਾ ਜਾਊਂਗਾ ਅਤੇ ਲਿਖਾਉਂਦਾ ਜਾਊਂਗਾ। ਐਪਲੀਕੇਸ਼ਨ ਆਫ ਕੋਲਾਈਡਸ ਕਾਫੀ ਇੰਪੋਰਟੈਂਟ ਹੈ, ਕਾਫੀ ਜ਼ਿਆਦਾ। ਇਹਨੂੰ ਤੁਸੀਂ 7 ਸਟਾਰ ਜਿਹੜਾ ਤੁਸੀਂ ਪਾ ਸਕਦੇ ਹੋ। ਇਹਦੇ ਵਿੱਚੋਂ 2 ਐਪਲੀਕੇਸ਼ਨ ਤੁਹਾਨੂੰ ਜਿਹੜੀਆਂ ਹੈਗੀਆਂ ਨੇ ਹਰ ਇੱਕ ਦੇ ਐਗਜ਼ਾਮ ਦੇ ਵਿੱਚ ਤੁਹਾਨੂੰ ਮਿਲ ਸਕਦੀਆਂ ਨੇ। ਠੀਕ ਹੈ ਜੀ। ਆਪਾਂ ਐਪਲੀਕੇਸ਼ਨ ਬਹੁਤ ਨੇ ਲੇਕਿਨ ਆਪਾਂ 6 ਐਪਲੀਕੇਸ਼ਨ ਸਟੱਡੀ ਕਰਨੀ ਹੈ। ਐਪਲੀਕੇਸ਼ਨ ਆਫ ਕੋਲਾਈਡ ਹੈਡਿੰਗ ਪਾ ਕੇ ਉਹਦੇ 'ਚ 6 ਐਪਲੀਕੇਸ਼ਨ ਨੇਗੀਆਂ। ਸਟਾਰਟ ਕਰਦੇ ਹਾਂ, ਲਿਖਦੇ ਜਾਓ। ਫਸਟ ਵਨ ਇਜ਼ ਦਾ ਸਮੋਕ ਪੈਪਟਾਈਜੇਸ਼ਨ, ਪ੍ਰੈਸਪੀਟੇਸ਼ਨ ਜਾਂ ਪੈਪਟਾਈਜੇਸ਼ਨ ਤੁਸੀਂ ਕਹਿ ਸਕਦੇ ਹੋ ਨਾ। ਸੈਕੰਡ ਵਨ ਇਜ਼ ਦਾ ਪਿਓਰੀਫਿਕੇਸ਼ਨ ਆਫ ਵਾਟਰ ਜਾਂ ਪਿਓਰੀਫਿਕੇਸ਼ਨ ਆਫ ਡਰਿੰਕਿੰਗ ਵਾਟਰ ਤੁਸੀਂ ਇਹਨੂੰ ਕਹਿ ਸਕਦੇ ਹੋ। ਥਰਡ ਵਨ ਜਿਹੜੀ ਐਪਲੀਕੇਸ਼ਨ ਆਪਣੀ ਹੈਗੀ ਉਹ ਹੈ ਬਲੂ ਕਲਰ ਆਫ ਸਕਾਈ ਐਂਡ ਗ੍ਰੀਨ ਕਲਰ ਆਫ ਸੀ। ਠੀਕ ਹੈ ਜੀ। ਕਿਉਂ ਹੁੰਦਾ ਇਹ ਸਭ ਕੋਲਾਈਡਲ ਪਾਰਟੀਕਲ ਦੀ ਵਜ੍ਹਾ ਨਾਲ ਹੁੰਦਾ, ਜਸਟੀਫਾਈ ਕਰਾਂਗੇ। ਉਸ ਤੋਂ ਬਾਅਦ ਇੱਕ ਆਪਣੀ ਨੈਕਸਟ ਫੋਰਥ ਵਨ ਜਿਹੜੀ ਐਪਲੀਕੇਸ਼ਨ ਆ ਉਹ ਕੀ ਹੈਗੀ, ਫੋਰਮੇਸ਼ਨ ਆਫ ਡੈਲਟਾ। ਫਿਫਥ ਵਨ ਇਜ਼ ਦਾ ਬਲੀਡਿੰਗ ਜਦੋਂ ਹੁੰਦੀ ਹੈ ਲੈਟ ਰੇਜ਼ਰ ਦੇ ਨਾਲ ਕੁਛ ਵੀ ਕੱਟ ਲੱਗ ਜਾਂਦਾ ਹੈ, ਬਲੀਡਿੰਗ ਨੂੰ ਕਿੱਦਾਂ ਸਟੋਪ ਕੀਤਾ ਜਾ ਸਕਦਾ। ਅਲਮ ਯੂਜ਼ ਕਰਦੇ ਹਾਂ ਆਪਾਂ, ਜਿਹਨੂੰ ਪੰਜਾਬੀ ਦੇ ਵਿੱਚ ਫਟਕੜੀ ਕਹਿੰਦੇ ਆ। ਅਲਮ ਸਟੋਪ ਬਲੀਡਿੰਗ, ਇਹ ਵੀ ਕੋਲਾਈਡਲ ਦੀ ਹੀ ਐਪਲੀਕੇਸ਼ਨ ਆ। ਅਤੇ ਲਾਸਟ ਵਨ ਇਜ਼ ਦਾ ਫੋਗ, ਮਿਸਟ ਅਤੇ ਰੇਨ। ਇਹ ਇੱਕੋ ਹੀ ਐਪਲੀਕੇਸ਼ਨ ਦੇ ਵਿੱਚ ਆਉਂਦਾ ਹੈ ਜੀ। ਇਹ 6 ਐਪਲੀਕੇਸ਼ਨ ਸਟੱਡੀ ਕਰਦੇ ਹਾਂ। ਸਭ ਤੋਂ ਪਹਿਲਾਂ ਮੈਂ ਸਟਾਰਟ ਕਰਦਾ ਇਹ 6 ਦੀਆਂ 6 ਲਿਖਣ ਤੋਂ ਬਾਅਦ ਫਸਟ ਹੈਡਿੰਗ ਦੇ ਲਓ ਸਮੋਕ ਪੈਪਟਾਈਜੇਸ਼ਨ। ਪਹਿਲਾਂ ਇਹਨੂੰ ਸਮਝਾਉਣਾ। ਸਮੋਕ ਪੈਪਟਾਈਜੇਸ਼ਨ 'ਚ ਜਨਰਲ ਦੱਸਦਾ ਜਾਂ ਜੋ ਤੁਹਾਨੂੰ ਯਾਦ ਰਹੇ, ਉਸ ਤੋਂ ਬਾਅਦ ਤੁਸੀਂ ਲਿਖ ਸਕਦੇ ਹੋ। ਅਤੇ ਬੁਕਿਸ਼ ਮੈਂ ਤੁਹਾਨੂੰ ਲਿਖਾਉਣਾ ਹੁਣੇ, ਅਤੇ ਤੁਸੀਂ ਖੁਦ ਵੀ ਮਤਲਬ ਇਹਨੂੰ ਜੇ ਅਗਰ ਕੰਸੈਪਟ ਕਲੀਅਰ ਤਾਂ ਈਜ਼ੀਲੀ ਭੁੱਲ ਵੀ ਜਾਂਦੇ ਹੋ ਕਦੇ ਤਾਂ ਤੁਸੀਂ ਈਜ਼ੀਲੀ ਇਹਨੂੰ ਲਿਖ ਸਕਦੇ ਹੋ। ਅਸਲ ਵਿੱਚ ਕੀ ਹੁੰਦਾ ਹੈ, ਬਿਗ ਸਿਟੀਜ਼ ਦੇ ਵਿੱਚ ਜਿਹੜੀਆਂ ਵੱਡੇ ਸ਼ਹਿਰ ਨੇ ਉਹਨਾਂ ਦੇ ਵਿੱਚ ਫੈਕਟਰੀਜ਼ ਨੇਗੀਆਂ। ਠੀਕ ਹੈ। ਹੁਣ ਫੈਕਟਰੀਜ਼ ਤੋਂ ਕੰਟੀਨਿਊਸਲੀ ਜਿਹੜਾ ਹੈਗਾ ਧੂੰਆਂ, ਜਿਹਨੂੰ ਕਹਿੰਦੇ ਆ ਸਮੋਕ, ਜਿਹੜਾ ਹੈਗਾ ਆਊਟ ਹੋ ਰਿਹਾ ਉਹਨਾਂ ਦੀ ਚਿਮਨੀ ਤੋਂ। ਉਸ ਜਿਹੜਾ ਸਮੋਕ ਦੇ ਵਿੱਚ ਕੀ ਹੁੰਦਾ ਹੈ ਕਿ ਅਨਬਰੰਟ ਕਾਰਬਨ ਦੇ ਪਾਰਟੀਕਲ ਹੁੰਦੇ ਨੇ। ਕਾਰਬਨ ਦੇ ਹੋ ਗਏ ਪਾਰਟੀਕਲ, ਆਰਸੈਨਿਕ ਦੇ ਪਾਰਟੀਕਲ ਹੋ ਗਏ, ਮਤਲਬ ਸਲਫਰ ਦੇ ਹੋ, ਕਾਫੀ ਹਾਰਮਫੁਲ ਐਲੀਮੈਂਟਸ ਦੇ ਅਨਬਰੰਟ ਪਾਰਟੀਕਲ ਜਿਹੜੇ ਹੈਗੇ ਨੇ ਬਾਹਰ ਨਿਕਲਦੇ ਆ। ਉਹ ਵਾਲੇ ਪਾਰਟੀਕਲ ਹਿਊਮਨ ਬੀਇੰਗ ਦੇ ਲਈ ਜਿਹੜੇ ਹੈਗੇ ਨੇ ਬਹੁਤ ਜ਼ਿਆਦਾ ਡੇਂਜਰਸ ਹੁੰਦੇ ਨੇ। ਤਾਂ ਸਮੋਕ ਪੈਪਟਾਈਜੇਸ਼ਨ 'ਚ ਕੀ ਚੱਲਦਾ ਅੱਜ ਕੱਲ੍ਹ, ਜਿਹੜੀਆਂ ਮਾਡਰਨ ਟੈਕਨੀਕਸ ਹੈਗੀਆਂ ਨੇ ਉਹ ਚਿਮਨੀ ਦੇ ਵਿੱਚ ਕੀ ਕਰਦੇ ਨੇ, ਪਲੇਟਸ ਲਗਾ ਦਿੰਦੇ ਨੇ। ਉਹ ਪਲੇਟਸ ਨੂੰ ਜਿਹੜਾ ਹੈਗਾ ਵੋਲਟੇਜ, ਹਾਈ ਵੋਲਟੇਜ ਨਾਲ ਕਨੈਕਟ ਕਰਕੇ ਉਹਨਾਂ ਨੂੰ ਚਾਰਜਡ ਬਣਾ ਲੈਂਦੇ ਨੇ। ਚਾਰਜ ਬਣਾ ਲੈਂਦੇ ਨੇ ਤਾਂ ਜਿਹੜੇ ਅਨਬਰੰਟ ਪਾਰਟੀਕਲ ਹੋਣਗੇ ਉਹ ਕੋਈ ਵੀ ਚਾਰਜ ਹੋਵੇ, ਕਿਉਂਕਿ ਪਲੇਟਸ ਜਿਹੜੀਆਂ ਹੋਣਗੀਆਂ ਉਹ ਹਾਈ ਵੋਲਟੇਜ ਨਾਲ ਜਦੋਂ ਕਨੈਕਟ ਕਰਦੇ ਆ ਤਾਂ ਪੋਜ਼ੀਟਿਵ ਵੀ ਹੋਏਗਾ ਅਤੇ ਨੈਗੇਟਿਵ ਵੀ ਹੋਏਗਾ। ਤਾਂ ਅਨਬਰੰਟ ਪਾਰਟੀਕਲ ਜਿਹੜੇ ਹੈਗੇ ਨੇ ਉਹਨਾਂ ਪਲੇਟਸ ਦੇ ਨਾਲ ਹੀ ਜਿਹੜੇ ਚਿਪਕ ਜਾਣਗੇ, ਪੰਜਾਬੀ 'ਚ ਆਪਾਂ ਕਹੀਏ, ਜਾਂ ਉਹਦੇ ਵੱਲ ਅਟਰੈਕਟ ਹੋ ਜਾਣਗੇ ਨਾ। ਤਾਂ ਜਿਹੜਾ ਸਮੋਕ ਹੋਏਗਾ ਫਰੀ ਫਰੋਮ ਦੋਜ਼ ਹਾਰਮਫੁਲ ਪਾਰਟੀਕਲਸ। ਤਾਂ ਇਸ ਫਿਨੋਮੀਨਾ ਨੂੰ ਜਿਹੜਾ ਹੈਗਾ ਕੀ ਆਉਂਦੇ ਆ, ਸਮੋਕ ਪੈਪਟਾਈਜੇਸ਼ਨ ਕਹਿੰਦੇ ਆ। ਠੀਕ ਹੈ ਜੀ। ਦੂਸਰਾ, ਪਹਿਲਾਂ ਇਸੇ ਨੂੰ ਲਿਖ ਲਓ ਪ੍ਰੋਪਰਲੀ। ਲਿਖੋ ਜੀ, ਇਨ ਬਿਗ ਸਿਟੀਜ਼ ਦਾ ਫੈਕਟਰੀਜ਼ ਵਰਕ ਥਰੂ ਆਊਟ ਦਾ ਡੇ and the smoke coming out from the chimneys contain lots of unburnt carbon particles. Now, as we know, smoke is a colloidal solution of solid particles such as carbon, dust in air.
ਕਾਰਬਨ ਲਾ ਲਓ, ਆਰਸੈਨਿਕ ਲਾ ਲਓ, ਡਸਟ ਪਾਰਟੀਕਲ ਇਨ 에ਅਰ ਹੋ ਗਿਆ। ਐਂਡ ਥੀਜ਼ ਆਰ ਟੂ ਮਚ ਡੇਂਜਰਸ ਫॉर ਹਿਊਮਨ ਬੀਇੰਗ। ਠੀਕ ਹੈ ਜੀ। ਤਾਂ ਇਸ ਤੋਂ ਬਾਅਦ ਆਪਾਂ ਕੀ ਲਿਖਾਂਗੇ, ਸਮੋਕ ਜਿਹੜਾ ਹੈਗਾ ਇਹਦੇ ਵਿੱਚ ਕਮਿੰਗ ਦਾ ਕਾਰਬਨ ਪਾਰਟੀਕਲ ਆਰ ਚਾਰਜਡ ਇਨ ਨੇਚਰ। ਸਮੋਕ ਦੇ ਵਿੱਚ ਜਿਹੜੇ ਕਾਰਬਨ ਪਾਰਟੀਕਲ ਹੋਣਗੇ ਦੇ ਆਰ ਚਾਰਜਡ ਇਨ ਨੇਚਰ। ਚਾਰਜ ਹੋਣ ਕਰਕੇ ਦੇ ਡੂ ਨਾਟ ਗੈਟ ਕਾਗੂਲੇਟਡ, ਪ੍ਰੈਸਪੀਟੇਟ ਉਹਨਾਂ ਨੂੰ ਨਹੀਂ ਕਰ ਸਕਦੇ। ਜੇ ਉਹ ਅਨਚਾਰਜਡ ਹੁੰਦੇ ਤਾਂ ਇੱਕ ਦੂਸਰੇ ਨਾਲ ਕੰਬਾਈਨ ਹੋ ਜਾਂਦੇ। ਹੁਣ ਕਾਰਬਨ ਆ ਗਿਆ ਤਾਂ ਕਾਰਬਨ ਦੇ ਸਾਰੇ ਪਾਰਟੀਕਲ ਦੇ ਉੱਤੇ ਇੱਕੋ ਹੀ ਚਾਰਜ ਹੋਏਗਾ ਨਾ, ਚਾਹੇ ਨੈਗੇਟਿਵ ਹੋਵੇ ਚਾਹੇ ਪੋਜ਼ੀਟਿਵ ਹੋਵੇ। ਜੇ ਉਹ ਅਨਚਾਰਜ ਹੁੰਦੇ ਤਾਂ ਇਕੱਠੇ ਹੋ ਜਾਂਦੇ, ਸੈਟਲ ਡਾਊਨ ਹੋ ਜਾਂਦੇ, ਬਟ ਹੁਣ ਚਾਰਜਡ ਨੇ ਤਾਂ ਉਹਨਾਂ ਨੂੰ ਆਪਾਂ ਪ੍ਰੈਸਪੀਟੇਟ ਨਹੀਂ ਕਰ ਸਕਦੇ। ਤਾਂ ਕੀ ਹੋਏਗਾ, ਦ ਚਾਰਜ ਆਫ ਥੀਜ਼ ਕਾਰਬਨ ਪਾਰਟੀਕਲ ਇਜ਼ ਨਿਊਟਰਲਾਈਜ਼ਡ ਬਾਈ ਬ੍ਰਿੰਗਿੰਗ them in contact with charged ਜਾਂ oppositely charged metal plates. In this way they get precipitate and the smoke coming out from those chimneys ਕੀ ਹੋਏਗਾ, free from those unburnt ਜਾਂ dangerous particles. This phenomena is known as smoke peptidation. Clear ਹੈ ਜੀ? ਹੋਪ ਕਿ ਸਾਰਿਆਂ ਨੂੰ ਸਮਝ ਆ ਗਿਆ ਹੋਊਗਾ ਤੇ ਲਿਖ ਲਿਆ ਹੋਏਗਾ। ਸੈਕੰਡ ਵਨ, ਪਿਓਰੀਫਿਕੇਸ਼ਨ ਆਫ ਵਾਟਰ। ਪਿਓਰੀਫਿਕੇਸ਼ਨ ਆਫ ਵਾਟਰ ਫਿਰ ਸਮਝਾਉਣਾ। ਹੁਣ ਵਾਟਰ ਦੇ ਵਿੱਚ ਇੰਪਿਓਰਟੀਜ਼ ਜਿਹੜੀਆਂ ਹੁੰਦੀਆਂ ਨੇ ਕਾਫੀ ਟਾਈਪ ਦੀਆਂ ਹੁੰਦੀਆਂ ਨੇ। ਜਿਹੜਾ ਨੈਚੁਰਲ ਵਾਟਰ ਕਮਿੰਗ ਆਪਣੇ ਕੋਲੇ ਆਉਂਦਾ ਹੈਗਾ ਉਹਦੇ ਵਿੱਚ ਕਾਫੀ ਇੰਪਿਓਰਟੀਜ਼ ਹੁੰਦੀਆਂ ਨੇ, ਸਸਪੈਂਡਡ ਇੰਪਿਓਰਟੀਜ਼ ਹੁੰਦੀਆਂ ਜੋ ਨੇਕਡ ਆਈ ਦੇ ਨਾਲ, ਜੋ ਨੋਰਮਲ ਆਪਾਂ ਦੇਖ ਨਹੀਂ ਸਕਦੇ ਹੈ ਨਾ। ਤਾਂ ਉਹ ਕੋਲਾਈਡਲ ਪਾਰਟੀਕਲ ਨੂੰ ਜਦੋਂ ਆਪਾਂ ਫਟਕੜੀ ਅਲਮ ਯੂਜ਼ ਕਰਦੇ ਹਾਂ, ਅਲਮ ਤੁਸੀਂ ਪੁਰਾਣੇ ਸਮੇਂ 'ਚ ਦੇਖਿਆ ਹੋਏਗਾ, ਚਲੋ ਅੱਜ ਕੱਲ੍ਹ ਤਾਂ RO ਸਿਸਟਮ ਹੋ ਗਿਆ, ਪੁਰਾਣੇ ਸਮੇਂ 'ਚ ਕੀ ਹੁੰਦਾ ਸੀ, ਘੜੇ ਪਾਣੀ ਦੇ ਲੈ ਕੇ ਉਹਦੇ ਵਿੱਚ ਫਟਕੜੀ ਜਿਹੜੀ ਹੈਗੀ ਹੈ ਘੋਲੀ ਜਾਂਦੀ ਸੀ, ਫਟਕੜੀ ਅਲਮ ਜਿਹਨੂੰ ਕਹਿੰਦੇ ਆ। ਬੇਸਿਕਲੀ ਫਿਨੋਮੀਨਾ ਕੀ ਹੈ, ਅਲਮ ਦੇ ਵਿੱਚ ਐਲੂਮੀਨੀਅਮ ਹੁੰਦਾ। ਐਲੂਮੀਨੀਅਮ ਦਾ ਚਾਰਜ ਕਿੰਨਾ ਹੁੰਦਾ, 3 ਪੋਜ਼ੀਟਿਵ ਹੁੰਦਾ। ਪਿੱਛੇ ਆਪਾਂ ਹਾਰਡੇ-ਸ਼ੂਲਡ ਰੂਲ ਕੀਤਾ ਹੋਇਆ ਜਿਹਦੇ ਵਿੱਚ ਕੀ ਕਿਹਾ ਹੈਗਾ, ਆਪੋਜ਼ਿਟ ਚਾਰਜ ਜਿਹੜਾ ਕਾਗੂਲੇਟ ਕਰਾਉਂਦਾ ਹੈ, ਜਿੰਨਾ ਜ਼ਿਆਦਾ ਹੋਏਗਾ ਉਨੀ ਵੱਧ ਕਾਗੂਲੇਸ਼ਨ ਕਰਾਏਗਾ। ਤਾਂ ਅਲਮ ਦੀ ਕਾਗੂਲੇਸ਼ਨ ਪਾਵਰ ਬਹੁਤ ਜ਼ਿਆਦਾ ਹੈ, ਤਾਂ ਉਹ ਜਿਹੜੀਆਂ ਸਸਪੈਂਡਡ ਇੰਪਿਓਰਟੀਜ਼ ਹੁੰਦੀਆਂ ਨੇ ਉਹਨਾਂ ਨੂੰ ਨਿਊਟਰਲਾਈਜ਼ ਕਰਕੇ ਕਾਗੂਲੇਟ ਕਰ ਦਿੰਦਾ। ਤਾਂ ਇੰਪਿਓਰਟੀ ਸਾਰੀਆਂ ਨੀਚੇ ਸੈਟਲ ਡਾਊਨ ਹੁੰਦਾ ਔਰ ਪਾਣੀ ਨੂੰ ਆਪਾਂ ਫਿਲਟਰ ਕਰ ਲੈਂਦੇ ਹਾਂ ਜਾਂ ਉੱਪਰੋਂ ਜਿਹੜਾ ਸਾਫ਼ ਪਾਣੀ ਯੂਜ਼ ਕਰ ਲੈਂਦੇ ਹਾਂ। ਤਾਂ ਇਹਨੂੰ ਹੁਣ ਲਿਖਾਂਗੇ ਕਿਵੇਂ, ਇੱਦਾਂ ਪਾਣੀ ਜਿਹੜਾ ਹੈਗਾ ਉਹ ਡਰਿੰਕਿੰਗ ਵਾਟਰ ਜਿਹੜਾ ਹੈਗਾ ਪਿਓਰੀਫਾਈ ਹੋ ਜਾਂਦਾ। ਤਾਂ ਇਹਨੂੰ ਲਿਖਣਾ ਕਿੱਦਾਂ, ਬੁਕਿਸ਼ ਦੇ ਵਿੱਚ ਕਿੱਦਾਂ ਲਿਖਾਂਗੇ, ਦ ਵਾਟਰ ਕਮਿੰਗ ਫਰੋਮ ਨੈਚੁਰਲ ਸੋਰਸਿਸ ਕੀ ਹੋਏਗਾ, ਕੰਟੇਨ ਨੰਬਰ ਆਫ ਸਸਪੈਂਡਡ impurities and the drinking water can be purified by precipitate ਜਾਂ by coagulate those colloidal impurities. For this purpose we use alum ਦਾ ਤੁਸੀਂ ਫਾਰਮੂਲਾ ਲਿਖ ਸਕਦੇ ਹੋ, ਬੁੱਕ ਲੈ ਕੇ ਭਾਵੇਂ ਨਾਲ ਤੁਸੀਂ ਇਹਨੂੰ ਦੇਖ ਲਿਓ ਫਾਰਮੂਲਾ, ਵੈਸੇ ਮੈਂ ਲਿਖ ਵੀ ਦਿੰਦਾ। ਅਲਮ ਦਾ ਫਾਰਮੂਲਾ ਕਾਫੀ ਵੱਡਾ ਹੁੰਦਾ। ਇਹਦੇ ਵਿੱਚ ਕੀ ਯੂਜ਼ ਕਰਦੇ ਹਾਂ ਆਪਾਂ, ਅਲਮ ਦੇ ਵਿੱਚ ਸਲਫੇਟ ਹੁੰਦੇ ਨੇ, ਐਲੂਮੀਨੀਅਮ ਦਾ ਸਲਫੇਟ ਹੁੰਦਾ ਹੈ, ਪੋਟਾਸ਼ੀਅਮ ਦਾ ਸਲਫੇਟ ਹੁੰਦਾ ਹੈ, ਕੰਪਲੈਕਸ ਕੰਪਾਊਂਡ ਹੁੰਦਾ, K2SO4 ਆ ਗਿਆ ਲੈਟ ਹੈ ਨਾ, Al2SO4 ਆ ਗਿਆ, Al3 ਪੋਜ਼ੀਟਿਵ ਹੁੰਦਾ ਤਾਂ 3 ਆ ਗਿਆ, ਅਤੇ ਹਾਈਡਰੇਟਡ ਫਾਰਮ ਦੇ ਵਿੱਚ ਹੁੰਦਾ ਲੈਟ 24 ਵਾਟਰ। ਵੈਸੇ ਇਹ ਹਾਈਡਰੇਸ਼ਨ ਜਿਹੜੀ ਡਿਪੈਂਡ ਕਰਦੀ ਹੈ ਹਿਊਮਿਡਿਟੀ ਦੇ ਉੱਤੇ ਹੈ ਨਾ। ਤਾਂ ਹਾਈਡਰੇਟਡ ਫਾਰਮ ਦੇ ਵਿੱਚ ਜਿਹੜਾ ਅਲਮ ਦਾ ਫਾਰਮੂਲਾ ਹੋਇਆ K2SO4 Al2SO4 ਥਰਾਈਸ ਡਾਟ ਵਾਟਰ 24 ਵਾਟਰ ਹੈ ਨਾ। ਇਹ ਯੂਜ਼ ਕਰਕੇ ਅਲਮ ਇਜ਼ ਐਡਿਡ ਐਂਡ ਅਲਮ ਕੰਟੇਨ Al3 ਪੋਜ਼ੀਟਿਵ ਆਇਨ ਵਿਚ ਹੈਜ਼ ਟੂ ਮਚ ਹਾਈ ਵੈਲਿਊ ਆਫ ਕੋਗੂਲੇਸ਼ਨ ਪਾਵਰ and this ion neutralize the charge of the suspended impurities. In this way they get coagulate and water will be purified. ठीक है जी, ये भी एप्लीकेशन होगी अपनी। नेक्स्ट एप्लीकेशन जी अपनी होगी है ब्लू कलर ऑफ स्काई एंड ग्रीन कलर ऑफ सी। वैसे ये तुसीं पहला भी पढ़िया होएगा 9th 10th ਦੇ ਵਿੱਚ 11th ਦੇ ਵਿੱਚ। ਇਹ ਸਾਰਾ ਸਕੈਟਰਿੰਗ ਆਫ ਲਾਈਟ ਦੀ ਵਜ੍ਹਾ ਦੇ ਨਾਲ ਹੁੰਦਾ ਹੈ, ਜਿਹੜਾ ਆਪਾਂ ਪਿੱਛੇ ਇਸੇ ਚੈਪਟਰ 'ਚ ਮੈਂ ਤੁਹਾਨੂੰ ਟਿੰਡਾਲ ਇਫੈਕਟ ਕਰਾਇਆ ਸੀ, ਜਿਹਨੂੰ ਟੈਂਡਲ ਵੀ ਕਹਿ ਦਿੰਦੇ ਆ ਨਾ।
ਤਾਂ 에ਅਰ ਦੇ ਵਿੱਚ ਕਾਫੀ ਸਾਈਜ਼ ਦੇ ਪਾਰਟੀਕਲ ਜਿਹੜੇ ਹੈਗੇ ਨੇ ਸਸਪੈਂਡ ਹੋ ਰਹੇ ਨੇ, ਘੁੰਮ ਰਹੇ ਨੇ। ਤਾਂ ਲਾਈਟ ਕੀ ਕਰਦੀ ਹੈ, ਉਹਦੇ ਨਾਲ ਸਕੈਟਰ ਕਰਦੀ ਹੈ ਸਟਰਾਈਕ ਕਰਕੇ। ਤਾਂ ਬਲੂ ਕਲਰ ਜਿਹੜਾ ਹੈਗਾ ਮੈਕਸਿਮਮ ਵੇਵਲੈਂਥ ਜਿਹੜੀ ਉਹਦੀ ਡਾਇਵਰਟ ਹੁੰਦੀ ਹੈ ਤਾਂ ਬਲੂ ਕਲਰ ਹੋ ਜਾਂਦਾ। ਸਿਮਿਲਰਲੀ ਸੀ ਦਾ ਜਿਹੜਾ ਗ੍ਰੀਨ ਕਲਰ ਹੋ ਜਾਂਦਾ। ਤਾਂ ਇਹਨੂੰ ਲਿਖਾਂਗੇ ਕਿੱਦਾਂ, ਇਹ ਵੀ ਕੋਲਾਈਡਰ ਦੀ ਇੱਕ ਐਪਲੀਕੇਸ਼ਨ ਹੈ, ਥਰਡ ਵਨ ਆਪਣੀ। ਤਾਂ ਬਲੂ ਕਲਰ ਆਫ ਸਕਾਈ ਇਜ਼ ਡਿਊ ਟੂ ਦੀ ਸਕੈਟਰਿੰਗ ਆਫ ਲਾਈਟ ਬਾਏ ਕੋਲਾਈਡਲ ਪਾਰਟੀਕਲਸ ਪ੍ਰੈਜ਼ੈਂਟ ਇਨ ਏਅਰ। ਬ੍ਰੈਕਟ ਦੇ ਵਿੱਚ ਤੁਸੀਂ ਲਿਖੋਗੇ ਟਿੰਡਾਲ ਇਫੈਕਟ। ਜਦੋਂ ਟਿੰਡਾਲ ਇਫੈਕਟ ਲਿਖਤਾ ਮਤਲਬ ਤੁਹਾਨੂੰ ਕਲੀਅਰ ਹੈ। ਥੀਜ਼ ਡਸਟ ਪਾਰਟੀਕਲਸ ਆਲਸੋ ਕੰਟੇਨ ਵਾਟਰ ਅਲੋਂਗ ਵਿਦ ਦੈਮ, ਮਤਲਬ ਵਾਟਰ ਵੀ ਇਹਨਾਂ ਦੇ ਨਾਲ ਹੁੰਦਾ ਹੈ, ਵਾਟਰ ਦੇ ਪਾਰਟੀਕਲ ਵੀ ਹੁੰਦੇ ਨੇ ਸਸਪੈਂਡਡ ਇਨ ਏਅਰ। ਐਂਡ ਦਾ ਬਲੂ ਲਾਈਟ ਜਿਹੜੀ ਹੈਗੀ ਹੈ ਮੈਕਸਿਮਮ ਸਕੈਟਰ ਹੁੰਦੀ ਹੈ ਐਂਡ ਰੀਚਿਸ ਟੂ ਅਵਰ ਜਿਹੜੀਆਂ ਅਬਜ਼ਰਵੇਸ਼ਨ ਲਾ ਲਓ ਨਾ। ਇਨ ਦਿਸ ਵੇ ਸਕਾਈ ਜਿਹੜਾ ਅਪੀਅਰ ਬਲੂ ਹੋ ਜਾਂਦਾ, ਬਲੂ ਕਲਰ ਆਫ ਸਕਾਈ ਹੋ ਜਾਂਦਾ। ਠੀਕ ਹੈ ਜੀ। ਸਿਮਿਲਰਲੀ ਤੁਸੀਂ ਇਹਦੇ 'ਚ ਲਿਖ ਸਕਦੇ ਹੋ ਬਲੂ ਕਲਰ ਆਫ ਸਕਾਈ ਤੋਂ ਬਾਅਦ ਜਿਹੜਾ ਤੁਹਾਨੂੰ ਗ੍ਰੀਨ ਕਲਰ ਆਫ ਜਿਹੜਾ ਮੈਂ ਸੀਰੀਅਲ ਦੱਸਿਆ ਸੀ, ਉਹਦੇ ਵਿੱਚ ਵੀ ਸੇਮ ਹੀ ਟਿੰਡਾਲ ਹੈ। ਸਿਮਿਲਰਲੀ ਕਿਹੜਾ ਕੀ ਲਿਖੋਗੇ, ਗ੍ਰੀਨ ਕਲਰ ਆਫ ਜਿਹੜਾ ਸੀ ਇਜ਼ ਆਲਸੋ ਡਿਊ ਟੂ ਦਾ ਪ੍ਰੈਜ਼ੈਂਸ ਆਫ ਇੰਪਿਓਰਟੀਜ਼ ਸਸਪੈਂਡਡ ਇਨ ਵਾਟਰ। ਬ੍ਰੈਕਟ 'ਚ ਕੋਲਾਈਡਲ ਇੰਪਿਓਰਟੀਜ਼ ਜਿਹੜੀਆਂ ਸੀ ਵਾਟਰ ਦੇ ਵਿੱਚ ਹੁੰਦੀਆਂ ਨੇ, ਵਿਚ ਸਕੈਟਰ ਗ੍ਰੀਨ ਲਾਈਟ ਹੈ ਨਾ, ਗ੍ਰੀਨ ਕਲਰ ਦੀ ਵੇਵਲੈਂਥ ਨੂੰ ਸਕੈਟਰ ਕਰਦੀਆਂ ਨੇ। ਇਹਨਾਂ ਦਾ ਸਾਈਜ਼ ਹੀ ਐਡਾ ਕੁ ਹੁੰਦਾ, ਉਹ ਗ੍ਰੀਨ ਨੂੰ ਸਕੈਟਰ ਕਰਦੀਆਂ ਨੇ, ਦੈਟਸ ਵਾਈ ਅਪੀਅਰਸ ਗ੍ਰੀਨ। ਠੀਕ ਹੈ ਜੀ। ਉਸ ਤੋਂ ਬਾਅਦ ਆਪਣੇ ਕੋਲੇ ਆ ਜਾਂਦਾ ਹੈ ਫਾਰਮੇਸ਼ਨ ਆਫ ਡੈਲਟਾ। ਟੂ ਮੱਚ ਇੰਪੋਰਟੈਂਟ ਐਪਲੀਕੇਸ਼ਨ ਹੈ ਫਾਰਮੇਸ਼ਨ ਆਫ ਡੈਲਟਾ। ਹੁਣ ਇਹਨੂੰ ਪਹਿਲਾਂ ਸਿੰਪਲ ਲੈਂਗੁਏਜ ਸਮਝਾਉਣਾ। ਫੋਰਥ ਐਪਲੀਕੇਸ਼ਨ, ਪਹਿਲੀ ਗੱਲ ਡੈਲਟਾ ਬਣਦਾ ਕਿੱਥੇ ਹੈ, ਜਿੱਥੇ ਸੀ ਵਾਟਰ ਅਤੇ ਰਿਵਰ ਵਾਟਰ ਆਪਸ 'ਚ ਕੰਬਾਈਨ ਕਰਦੀ ਹੈ। ਇੰਨਾ ਕੁ ਤੁਹਾਨੂੰ ਪਤਾ। ਹੁਣ ਸੀ ਵਾਟਰ ਦੇ ਵਿੱਚ ਸਾਲਟ ਹੁੰਦਾ ਹੈ, ਆਪਾਂ ਨੂੰ ਪਤਾ ਹੈ, ਨਮਕ ਹੁੰਦਾ, ਖਾਰਾ ਹੁੰਦਾ ਪਾਣੀ ਹੈ ਨਾ, ਸਾਲਟੀ ਹੁੰਦਾ। ਅਤੇ ਰਿਵਰ ਵਾਟਰ ਦੇ ਵਿੱਚ ਕਲੇ ਵਗੈਰਾ ਹੁੰਦੀ ਹੈ, ਐਲੂਮੀਨੀਅਮ ਵਗੈਰਾ ਹੁੰਦਾ ਹੈ ਨਾ। ਤਾਂ ਨਮਕ ਕੀ NaCl ਹੈ, KCl ਹੈ, ਮਤਲਬ ਖਾਰਾ ਹੋ ਗਿਆ। ਐਲੂਮੀਨੀਅਮ Al3 ਪੋਜ਼ੀਟਿਵ ਆਇਨ। ਤਾਂ ਕਾਗੂਲੇਟ ਦੋਨੋਂ ਜਿੱਥੇ ਇਕੱਠੇ ਹੁੰਦੇ ਨੇ ਤਾਂ ਇੱਕ ਦੂਸਰੇ ਦੀ ਕਾਗੂਲੇਸ਼ਨ ਕਰ ਦਿੰਦੇ ਨੇ, ਕਾਗੂਲੇਸ਼ਨ ਕਰ ਦਿੰਦੇ ਨੇ, ਸੈਟਲ ਡਾਊਨ ਹੋ ਜਾਂਦੇ ਆ। ਤਾਂ ਉੱਥੇ ਜਿਹੜਾ ਹੈਗਾ ਡੈਲਟਾ ਦੀ ਫਾਰਮੇਸ਼ਨ ਹੋ ਜਾਂਦੀ ਹੈ। ਤਾਂ ਇਹਨੂੰ ਸਿਸਟੇਮੈਟਿਕ ਆਪਾਂ ਲਿਖਾਂਗੇ ਕਿਵੇਂ, ਰਿਵਰ ਵਾਟਰ ਇਜ਼ ਮੱਡੀ ਐਂਡ ਕੰਟੇਨ ਕੋਲਾਈਡਲ ਪਾਰਟੀਕਲ ਆਫ ਕਲੇ, ਸੈਂਡ ਐਂਡ ਅਦਰ ਇੰਪਿਓਰਟੀਜ਼ ਜਾਂ ਮਟੀਰੀਅਲ ਲਾ ਲਓ ਨਾ। ਔਨ ਦਾ ਅਦਰ ਹੈਂਡ ਸੀ ਵਾਟਰ ਜਿਹੜਾ ਕੰਟੇਨ ਨੰਬਰ ਆਫ ਸਾਲਟ ਜਾਂ ਇਲੈਕਟ੍ਰੋਲਾਈਟ ਹੈ ਨਾ। ਸਾਲਟ ਤਾਂ NaCl ਨੂੰ ਜਨਰਲੀ ਲੈਂਦੇ ਹਾਂ, NaCl ਵੀ ਹੋ ਸਕਦਾ, KCl, ਕਹਿਣ ਦਾ ਭਾਵ ਇਲੈਕਟ੍ਰੋਲਾਈਟ ਹੁੰਦੀ ਹੈ ਨਾ, ਇਲੈਕਟ੍ਰੋਲਾਈਟਸ। ਵੈਨ ਬੋਥ ਕਮ ਇਨ ਕੰਟੈਕਟ ਵਿਦ ਈਚ ਅਦਰ, ਜਿਹੜੇ ਇਲੈਕਟ੍ਰੋਲਾਈਟ ਪ੍ਰੈਜ਼ੈਂਟ ਇਨ ਸੀ ਵਾਟਰ ਵਾਜ਼ ਕਾਗੂਲੇਟਿਡ, ਕਾਗੂਲੇਟ the suspended impurity है ना, suspended colloidal impurity with in this way they settle down at the point of contact। in this way delta ਕੀ ਹੋਏਗਾ, ਫਾਰਮ ਹੋ ਜਾਏਗਾ। ਇਹਦੀ ਬੁਕਿਸ਼ ਜਿਹੜੀ ਹੈਗੀ ਹੈ ਲੈਂਗੁਏਜ ਆਪਾਂ ਯੂਜ਼ ਕਰਾਂਗੇ। ਠੀਕ ਹੈ ਜੀ। ਉਸ ਤੋਂ ਬਾਅਦ ਆਪਣੇ ਕੋਲੇ ਕਿਹੜਾ ਆ ਜਾਂਦਾ ਹੈਗਾ, ਅਲਮ, ਸਟਾਪ ਬਲੀਡਿੰਗ। ਉਹੀ ਇਹ ਅਲਮ ਪਹਿਲਾਂ ਵਾਲੀ ਉਹੀ ਜਿਹੜੀ Al3 ਪੋਜ਼ੀਟਿਵ ਆਇਨ ਹੈ, ਆਪਾਂ ਨੂੰ ਪਤਾ ਹੈ ਉਹਦੀ ਐਬਿਲਿਟੀ ਹੁੰਦੀ ਹੈ ਬਹੁਤ ਜ਼ਿਆਦਾ ਕਾਗੂਲੇਟ ਕਰਨ ਦੀ, ਤਾਂ ਬਲੀਡਿੰਗ ਨੂੰ ਵੀ ਉਹ ਸਟਾਪ ਕਰ ਦਿੰਦਾ। ਉਹੀ ਸੇਮ ਫਿਨੋਮੀਨਾ ਚੱਲੇਗਾ। ਤਾਂ ਇਹਦੇ 'ਚ ਆਪਾਂ ਬੁਕਿਸ਼ ਕਿੱਦਾਂ ਲਿਖਾਂਗੇ ਜਾਂ ਇਹਨੂੰ ਕਿੱਦਾਂ ਲੈਂਗੁਏਜ ਦੇ ਵਿੱਚ ਪੇਪਰ 'ਚ ਹੈਂਡਲ ਕਰਾਂਗੇ। ਬਲੀਡਿੰਗ ਸਟਾਪ ਵੈਨ ਅਲਮ and ferric chloride solution is applied to the bleeding part. This is due to the coagulation of blood by electrolyte by forming a blood clot। ठीक है, blood clot बना देता है। अलम contain, ਤੁਸੀਂ ਇਹ ਵੀ ਐਡ ਕਰ ਸਕਦੇ। अलम as we know अलम contain Al3 positive ion which has higher, too much high coagulation power and it form a ਜਿਹੜਾ clot of blood ਬਾਈ ਕਾਗੂਲੇਟਿੰਗ ਹੈ ਨਾ। ਤਾਂ ਇਹ ਲਿਖ ਸਕਦੇ ਹੋ ਤੁਸੀਂ। ਠੀਕ ਹੈ ਜੀ, ਹੋਪ ਕਿ ਵੀ ਤੁਹਾਨੂੰ ਸਮਝ ਆ ਗਿਆ ਹੋਵੇਗਾ। ਉਸ ਤੋਂ ਬਾਅਦ ਆਉਂਦਾ ਆਪਣੇ ਕੋਲੇ ਫੋਗ, ਮਿਸਟ ਅਤੇ ਰੇਨ। ਲਾਸਟ ਐਪਲੀਕੇਸ਼ਨ ਆ ਫੋਗ, ਮਿਸਟ ਅਤੇ ਰੇਨ ਦੇ ਵਿੱਚ। ਪਹਿਲਾਂ ਸਿੰਪਲ ਸਮਝਾਉਣਾ ਤੁਹਾਨੂੰ। ਹੁਣ ਆਪਾਂ ਨੂੰ ਇੱਕ ਗੱਲ ਦਾ ਪਤਾ,
ਏਅਰ ਦੇ ਵਿੱਚ ਬਹੁਤ ਜ਼ਿਆਦਾ ਡਸਟ ਪਾਰਟੀਕਲ ਨੇ, ਇੱਕ ਗੱਲ ਦਾ ਆਪਾਂ ਨੂੰ ਪਤਾ ਏਅਰ ਦੇ ਵਿੱਚ ਕੀ ਨੇਗੇ, ਬਹੁਤ ਜ਼ਿਆਦਾ ਡਸਟ ਪਾਰਟੀਕਲ ਜਿਹੜੇ ਹੈਗੇ ਨੇਗੇ ਉਹ ਸਸਪੈਂਡਡ ਨੇ, ਵਾਟਰ ਵੀ ਹੈ। ਇਹਨਾਂ ਨੂੰ ਜਦੋਂ ਆਪਾਂ ਕੂਲ ਕਰਦੇ ਹਾਂ, ਇਹਨਾਂ ਦੇ ਫਰੀਜ਼ਿੰਗ ਪੁਆਇੰਟ ਤੋਂ ਪਹਿਲਾਂ ਬਿਲੋ ਫਰੀਜ਼ਿੰਗ ਪੁਆਇੰਟ, ਜਿਵੇਂ ਤੁਸੀਂ ਦੇਖਿਆ ਹੋਵੇਗਾ ਆਪਾਂ ਗਰਮ ਜਾਂ ਤੁਸੀਂ ਇਹ ਲਾ ਲਓ ਵੀ ਆਪਾਂ ਕਿਸੇ ਪਾਣੀ ਦੇ ਵਿੱਚ ਕਿਸੇ ਬੋਟਲ ਦੇ ਵਿੱਚ ਜਾਂ ਗਲਾਸ ਦੇ ਵਿੱਚ ਠੰਡਾ ਪਾਣੀ ਲਾ ਕੇ ਰੱਖ ਦਿੰਦੇ ਹਾਂ, ਤਾਂ ਉਹਦੇ ਅਰਾਊਂਡ ਜਿਹੜੇ ਵੇਪਰ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਆ, ਕਾਈਂਡ ਆਫ ਇਹੀ ਫਿਨੋਮੀਨਾ। ਉੱਦਾਂ ਹੀ ਜਦੋਂ ਇਹਨੂੰ ਤੁਸੀਂ ਉਹ ਕਰਦੇ ਹੋ ਤਾਂ ਇਹ ਪਾਰਟੀਕਲ ਗੈਦਰਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ, ਜਿੱਥੋਂ ਆਪਣੇ ਕੋਲੇ ਫੋਗ ਬਣਦੀ ਹੈ। ਉਹ ਛੋਟੇ ਲੈਵਲ ਦਾ ਹੋ ਗਿਆ, ਠੀਕ ਹੈ, ਅਤੇ ਫੋਗ ਹਾਈ ਲੈਵਲ ਦਾ ਕੰਮ ਹੋ ਗਿਆ ਨਾ, ਉੱਥੋਂ ਹੀ ਮਿਸਟ ਬਣਦੀ ਹੈ, ਉੱਥੋਂ ਹੀ ਜਿਹੜੀ ਰੇਨ ਬਣਦੀ ਹੈ। ਕਿਉਂਕਿ ਰੇਨ ਵੀ ਕੀ ਚੀਜ਼ ਹੈ, ਰੇਨ ਵੀ ਸਸਪੈਂਡਡ ਵਾਟਰ ਇੰਪਿਓਰਟੀਜ਼ ਨੇਗੀਆਂ, ਹੈ ਨਾ। ਤਾਂ ਇਹਨੂੰ ਬੁਕਿਸ਼ ਤੁਸੀਂ ਕਿੱਦਾਂ ਲਿਖੋਗੇ, ਇਹਨੂੰ ਕਿੱਦਾਂ ਆਪਾਂ ਲਿਖਣਾ ਜਿਹੜਾ ਹੈਗਾ, ਇਹਦੇ ਵਿੱਚ ਆਪਾਂ ਕੀ ਲਿਖਾਂਗੇ, ਵੈਨ ਏ ਲਾਰਜ ਮਾਸ ਆਫ ਏਅਰ, ਹੈ ਨਾ, ਵੈਨ ਏ ਲਾਰਜ ਮਾਸ ਆਫ ਏਅਰ ਕੰਟੇਨਿੰਗ ਡਸਟ ਪਾਰਟੀਕਲ ਇਜ਼ ਕੂਲਡ, ਹੈ ਨਾ, ਬਿਲੋ ਇਟਸ ਡਿਊ ਪੁਆਇੰਟ ਯੂਜ਼ ਕਰ ਲੈਂਦੇ ਏਅਰ ਦੇ ਲਈ। ਡਿਊ ਪੁਆਇੰਟ ਮਤਲਬ ਫਰੀਜ਼ਿੰਗ ਪੁਆਇੰਟ ਕਾਈਂਡ ਆਫ, ਹੈ ਨਾ। ਦ ਮੋਇਸਚਰ ਪ੍ਰੈਜ਼ੈਂਟ ਇਨ ਏਅਰ ਕੰਡੈਂਸਡ ਔਨ ਦ ਸਰਫੇਸ ਆਫ ਦ ਪਾਰਟੀਕਲ ਐਂਡ ਫॉर्म ਏ ਡ੍ਰੌਪਲੈਟ ਜਾਂ ਡ੍ਰੌਪ ਕਹਿ ਸਕਦੇ ਹੋ ਤੁਸੀਂ। These droplets are colloidal in nature and continue to float in the air in the form of mist or fog, है ना, mist or fog ਉਹਦੀ ਫਾਰਮ ਦੇ ਵਿੱਚ ਜਿਹੜਾ ਹੈਗਾ ਇਹ ਕੋਲਾਈਡ ਹੋਣੀਆਂ ਸ਼ੁਰੂ ਹੋ ਜਾਂਦੀਆਂ ਨਾ ਜੀ। ਉਸ ਤੋਂ ਬਾਅਦ ਕੀ ਹੁੰਦਾ ਹੈ, ਦ ਮਿਸਟ ਅਤੇ ਫੌਗ ਦੀ ਕਲੀਅਰ ਹੋ ਗਈ ਤੁਹਾਨੂੰ। ਉਸ ਤੋਂ ਬਾਅਦ ਕਲਾਊਡ ਬੇਸਿਕਲੀ ਕੀ ਹੁੰਦੇ ਨੇ, ਅੱਗੇ ਲਿਖੋਗੇ ਕਲਾਊਡਸ ਜਿਹੜੇ ਆਰ ਦਾ ਏਅਰੋਸੋਲ ਹੈਵਿੰਗ ਏ ਸਮਾਲ ਡ੍ਰੌਪਲੈਟ ਆਫ ਵਾਟਰ ਬੀਇੰਗ ਸਸਪੈਂਡਡ ਇਨ ਏਅਰ। ਜੋ ਇਹੀ ਤੁਹਾਨੂੰ ਦੱਸਿਆ ਕਿ ਕਲਾਊਡ ਰੇਨ ਐਕਚੁਅਲੀ ਹੁੰਦੇ ਕੀ ਨੇ, ਰੇਨ ਵਾਟਰ ਦੀ ਡ੍ਰੌਪਲੈਟਸ ਜਿਹੜੀਆਂ ਹੈਗੀਆਂ ਨੇ ਉੱਪਰ ਸਸਪੈਂਡਡ ਹੁੰਦੀਆਂ ਨੇ, ਡ੍ਰੌਪਲੈਟਸ ਵਾਟਰ ਬਿਕਮ ਬਿਗਰ suspended in air। ਉਸ ਤੋਂ ਬਾਅਦ ਕੀ ਲਿਖੋਗੇ, because of condensation of the upper atmosphere the colloidal droplets of water become bigger and bigger in size till they fall down। ਜਿੰਨਾ ਵੱਡੇ ਹੁੰਦੇ ਜਾਣਗੇ weight ਵੱਧਦਾ ਜਾਊਗਾ, ਗ੍ਰੈਵਿਟੀ ਕੰਮ ਕਰਨ ਲੱਗ ਜੂ ਤੇ ਉਹ fall down ਹੋ ਜਾਣਗੇ in the form of rain। sometimes the rainfall occur when two oppositely charged ਕਲਾਊਡਸ ਕੋਲਾਈਡ, ਜਿੱਥੋਂ ਆਪਣੀ ਥੰਡਰਿੰਗ ਅਤੇ ਲਾਈਟਨਿੰਗ ਹੁੰਦੀ ਹੈ, ਉਹਦੇ 'ਚ ਕੀ ਹੁੰਦਾ, ਓਪੋਜ਼ਿਟਲੀ ਚਾਰਜ ਜਿਹੜੇ ਕਲਾਊਡ ਜਿਹੜੇ ਹੈਗੇ ਨੇ ਆਪਸ 'ਚ ਸਟਰਾਈਕ ਕਰਦੇ ਨੇ, ਜਿੱਥੋਂ ਆਪਣੀ ਇਹ ਲਾਈਟਨਿੰਗ ਅਤੇ ਥੰਡਰਿੰਗ ਜਿਹੜੀ ਹੈਗੀ ਆ ਉਹ ਸ਼ੁਰੂ ਹੁੰਦੀ ਹੈ ਨਾ ਜੀ। ਤਾਂ ਇਹ 6 ਐਪਲੀਕੇਸ਼ਨ ਜਿਹੜੀਆਂ ਹੈਗੀਆਂ ਤੁਸੀਂ ਪ੍ਰੋਪਰਲੀ ਧਿਆਨ ਦੇ ਨਾਲ ਮਤਲਬ ਸਮਝਣੀ ਹੈ ਅਤੇ ਯਾਦ ਕਰਨੀ, ਕਿਉਂਕਿ ਇਹ ਬੜੀਆਂ ਇੰਪੋਰਟੈਂਟ ਨੇ, ਇਹਨਾਂ ਬੇਸ 'ਤੇ ਕੁਐਸਚਨ ਬਹੁਤ ਬਣਦੇ ਆ। 3 ਨੰਬਰ ਦਾ ਐਗਜ਼ਾਮ 'ਚ ਆਉਣ ਦੇ ਚਾਂਸ ਹੁੰਦੇ ਨਾ, ਸਿਰਫ ਇਹ 6 ਐਪਲੀਕੇਸ਼ਨ ਦਾ। ਹੋਪ ਕਿ ਸਾਰਿਆਂ ਨੂੰ ਕਲੀਅਰ ਹੋ ਗਿਆ ਹੋਊਗਾ। ਅਤੇ ਇਸ ਤੋਂ ਬਾਅਦ ਇਹ ਚੈਪਟਰ ਤੁਹਾਡਾ ਥਿਊਰੀ ਵਾਈਜ਼ 100% ਕੰਪਲੀਟ ਹੋ ਗਿਆ। ਥਿਊਰੀ ਕੀ 100% ਵੈਸੇ ਹੀ ਕੰਪਲੀਟ ਹੋ ਗਿਆ, ਕਿਉਂਕਿ ਨਿਊਮੈਰੀਕਲ ਇਹਨਾਂ 'ਚ ਨਹੀਂ ਹੈਗੇ ਹੁਣ। ਅਤੇ ਤੁਹਾਡਾ ਇਹ ਚੈਪਟਰ ਕੰਪਲੀਟ ਹੈ। ਨੈਕਸਟ ਇਹਦਾ ਟੈਸਟ ਹੋਏਗਾ ਜੀ, ਪਹਿਲਾਂ ਇਹਦਾ ਟੈਸਟ ਹੋਏਗਾ, ਪ੍ਰੋਪਰਲੀ ਤਿਆਰੀ ਸ਼ੁਰੂ ਕਰ ਲਓ। ਆਲ ਦਾ ਬੈਸਟ, ਅੱਜ ਲਈ ਇੰਨਾ ਕਾਫੀ।